ਹਾਂਜੀ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ। ਅੱਜ ਅਸੀਂ ਤੁਹਾਡੇ ਕੋਲ 12ਵੀਂ ਕਲਾਸ ਦੇ ਰਾਜਨੀਤੀ ਸ਼ਾਸਤਰ ਵਿਸ਼ੇ ਦੀ ਕਲਾਸ ਲੈ ਕੇ ਹਾਜ਼ਰ ਹਾਂ ਤੁਹਾਡੇ ਕੋਲ, ਕਿਉਂਕਿ ਸਾਡੇ ਹੁਣ ਫਾਈਨਲ ਐਗਜ਼ਾਮ ਨੇੜੇ ਆ ਚੁੱਕੇ ਨੇ। ਤਾਂ ਸਿਲੇਬਸ ਦੇ ਅਕੋਰਡਿੰਗ ਜੋ ਵੀ 2 ਅੰਕਾਂ ਵਾਲੇ ਜਾਂ 4 ਅੰਕਾਂ ਵਾਲੇ ਪ੍ਰਸ਼ਨ ਸਾਡੇ ਬਣਦੇ ਨੇ ਉਹ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ। ਰੋਜ਼ਾਨਾ ਜੋ ਹੈ ਇਹ ਕੁਝ ਕੁ ਪ੍ਰਸ਼ਨ ਲੈ ਕੇ ਅਸੀਂ ਡਿਸਕਸ ਕਰਿਆ ਕਰਾਂਗੇ ਅਤੇ ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਪਸੰਦ ਕਰੋਗੇ। ਅੱਜ ਦੀ ਜੋ ਸਾਡੀ ਵੀਡੀਓ ਹੈ ਉਹ ਹੈਗੀ ਹੈ 2 ਅੰਕਾਂ ਵਾਲੇ ਪ੍ਰਸ਼ਨਾਂ ਦੀ। ਸਿਲੇਬਸ ਦੇ ਅਕੋਰਡਿੰਗ ਜੋ ਵੀ ਸਾਨੂੰ ਪ੍ਰਸ਼ਨ ਬੈਂਕ ਦਿੱਤਾ ਹੋਏਗਾ ਬੋਰਡ ਦੇ ਵੱਲੋਂ, ਤਾਂ ਉਹਨਾਂ ਦੇ ਵਿੱਚੋਂ ਹੀ ਅਸੀਂ ਇਹ ਪ੍ਰਸ਼ਨ ਉੱਤਰ ਲਏ ਨੇ, ਇਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਤਾਂ ਆਓ ਸ਼ੁਰੂ ਕਰਦੇ ਹਾਂ। ਦੋ ਅੰਕਾਂ ਵਾਲੇ ਪ੍ਰਸ਼ਨ ਨੇ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਨੌਕਰਸ਼ਾਹੀ ਦਾ ਅਰਥ ਸਪਸ਼ਟ ਕਰੋ। ਨੌਕਰਸ਼ਾਹੀ ਕੀ ਹੈ, ਕੀ ਅਰਥ ਹੈ ਇਸਦਾ? ਤਾਂ ਨੌਕਰਸ਼ਾਹੀ ਤੋਂ ਭਾਵ ਹੈ ਉਹਨਾਂ ਕਰਮਚਾਰੀਆਂ ਤੋਂ ਜੋ ਦੇਸ਼ ਦਾ ਪ੍ਰਸ਼ਾਸਨ ਚਲਾਉਣ ਦੇ ਲਈ ਯੋਗਤਾ ਦੇ ਆਧਾਰ 'ਤੇ ਸਥਾਈ ਤੌਰ 'ਤੇ ਨਿਯੁਕਤ ਕੀਤੇ ਜਾਂਦੇ ਹਨ। ਕਰਮਚਾਰੀ ਜਾਂ ਅਧਿਕਾਰੀ ਜਿਹੜੇ ਦੇਸ਼ ਦਾ ਪ੍ਰਸ਼ਾਸਨ ਚਲਾਉਣ ਦੇ ਲਈ ਯੋਗਤਾ ਦੇ ਆਧਾਰ 'ਤੇ ਨਿਯੁਕਤ ਕੀਤੇ ਜਾਂਦੇ ਨੇ, ਇਹ ਸਥਾਈ ਤੌਰ 'ਤੇ ਨਿਯੁਕਤ ਕੀਤੇ ਜਾਂਦੇ ਨੇ। ਇਹਨਾਂ ਦਾ ਇੱਕ ਫਿਕਸਡ ਟਾਈਮ ਪੀਰੀਅਡ ਹੁੰਦਾ ਹੈਗਾ ਜਿਹਦੇ 'ਚ ਇਹ ਆਪਣੀ ਜੋਬ ਦੇ ਉੱਤੇ ਰਹਿੰਦੇ ਨੇ ਅਤੇ ਆਪਣਾ ਕੰਮ ਕਰਦੇ ਨੇਗੇ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ, ਨੌਕਰਸ਼ਾਹੀ ਦੀਆਂ 2 ਮੁੱਖ ਵਿਸ਼ੇਸ਼ਤਾਵਾਂ ਦੱਸੋ। ਨੌਕਰਸ਼ਾਹੀ ਦੀਆਂ ਕੀ ਖਾਸੀਅਤਾਂ, ਕੀ ਵਿਸ਼ੇਸ਼ਤਾਵਾਂ ਨੇ? ਨੰਬਰ 1 ਦੇ ਉੱਤੇ ਹੈ, ਨੌਕਰਸ਼ਾਹੀ ਦੇ ਮੈਂਬਰ ਆਪਣੇ ਕੰਮਾਂ ਦੇ ਵਿੱਚ ਨਿਪੁੰਨ ਹੁੰਦੇ ਹਨ, ਮਾਹਿਰ ਹੁੰਦੇ ਹਨ। ਅਤੇ ਨੌਕਰਸ਼ਾਹੀ ਦੇ ਮੈਂਬਰਾਂ ਦੀ ਨਿਯੁਕਤੀ ਯੋਗਤਾ ਦੇ ਆਧਾਰ 'ਤੇ ਨਿਰਪੱਖ ਰੂਪ ਦੇ ਵਿੱਚ ਕੀਤੀ ਜਾਂਦੀ ਹੈ। ਪਾਰਸ਼ੈਲਿਟੀ ਤੋਂ ਬਿਨਾਂ ਯੋਗਤਾ ਦੇ ਆਧਾਰ 'ਤੇ ਇਹਨਾਂ ਨੂੰ ਚੁਣਿਆ ਜਾਂਦਾ ਹੈ ਅਤੇ ਇਹ ਆਪਣੇ ਆਪਣੇ ਕੰਮਾਂ ਦੇ ਵਿੱਚ ਨਿਪੁੰਨ ਅਤੇ ਮਾਹਿਰ ਹੁੰਦੇ ਹਨ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ, ਲੋਕ ਸੇਵਾਵਾਂ ਦਾ ਕੀ ਮਹੱਤਵ ਹੈ? ਲੋਕ ਸੇਵਾਵਾਂ ਉਹੀ ਜੋ ਆਪਾਂ ਕਰ ਰਹੇ ਹਾਂ ਟੌਪਿਕ ਨੌਕਰਸ਼ਾਹੀ। ਨੌਕਰਸ਼ਾਹੀ ਨੂੰ ਹੀ ਅਸੀਂ ਲੋਕ ਸੇਵਾ ਕਹਿ ਸਕਦੇ ਹਾਂ, ਕਹਿ ਦਿੰਦੇ ਹਾਂ। ਤਾਂ ਲੋਕ ਸੇਵਾ ਦਾ ਕੀ ਮਹੱਤਵ ਹੈ, ਕੀ ਫਾਇਦਾ ਹੈਗਾ? ਤਾਂ ਇਹ ਲੋਕ ਸੇਵਾ ਕਹਿੰਦੇ ਕੀ ਹੁੰਦੀ ਹੈ, ਨਿਰਪੱਖ ਰਹਿੰਦਿਆਂ ਹੋਇਆਂ, ਮਤਲਬ ਪਹਿਲੇ ਨੰਬਰ 'ਤੇ ਕੀ ਹੈ, ਇਹ ਨਿਰਪੱਖ ਰਹਿ ਕੇ ਆਪਣਾ ਕੰਮ ਕਰਦੇ ਨੇ ਅਤੇ ਰਾਜ ਦਾ ਜਿਹੜਾ ਪ੍ਰਸ਼ਾਸਨ ਚਲਾਉਣ ਦੇ ਵਿੱਚ ਸਹਾਇਤਾ ਕਰਦੇ ਨੇ। ਇਹ ਵੀ ਆਪਾਂ ਪਹਿਲਾਂ ਵੀ ਕੁਐਸਚਨ ਡਿਸਕਸ ਕੀਤਾ ਹੈਗਾ ਕਿ ਇਹ ਰਾਜ ਪ੍ਰਬੰਧ ਚਲਾਉਂਦੇ ਨੇ, ਇਮਾਨਦਾਰੀ ਦੇ ਨਾਲ ਚਲਾਉਂਦੇ ਨੇ, ਪੂਰੀ ਨਿਸ਼ਠਾ ਦੇ ਨਾਲ ਚਲਾਉਂਦੇ ਨੇ, ਸਰਕਾਰ ਦੀਆਂ ਜੋ ਵੀ ਹਦਾਇਤਾਂ ਹੁੰਦੀਆਂ ਨੇ ਉਹਨਾਂ ਦੇ ਅਨੁਸਾਰ ਨੀਤੀਆਂ ਨੂੰ ਲਾਗੂ ਕਰਦੇ ਹਨ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ, ਨੌਕਰਸ਼ਾਹੀ ਦੇ ਕੰਮ ਕੀ ਹਨ? ਕੰਮ ਦੱਸਣੇ ਨੇ, 2 ਕੰਮ ਕੋਈ ਵੀ ਹੋ ਸਕਦੇ ਨੇ। ਤਾਂ ਨੰਬਰ 1 'ਤੇ ਕੀ ਹੈ ਇਹਨਾਂ ਦਾ ਕੰਮ? ਇਹ ਮੰਤਰੀ ਮੰਡਲ ਨੂੰ ਸਹਿਯੋਗ ਦਿੰਦੇ ਨੇ। ਜੋ ਵੀ ਨੀਤੀਆਂ ਦਾ ਨਿਰਮਾਣ ਮੰਤਰੀ ਮੰਡਲ ਦੇ ਦੁਆਰਾ ਕੀਤਾ ਜਾਂਦਾ ਹੈਗਾ, ਉਹ ਨੀਤੀ ਨਿਰਮਾਣ ਦੇ ਵਿੱਚ ਇਹ ਸਹਾਇਤਾ ਕਰਦੇ ਆ ਨੌਕਰਸ਼ਾਹੀ। ਅਤੇ ਉਸ ਤੋਂ ਬਾਅਦ ਜੋ ਵੀ ਨੀਤੀਆਂ ਬਣਾਈਆਂ ਜਾਂਦੀਆਂ ਨੇ ਸਰਕਾਰ ਦੇ ਦੁਆਰਾ, ਉਹਨਾਂ ਨੀਤੀਆਂ ਨੂੰ ਲਾਗੂ ਵੀ ਕੀਤਾ ਜਾਂਦਾ ਹੈਗਾ। ਇਹ ਦੋਨੇ ਕੰਮ ਜਿਹੜੇ ਹੈਗੇ ਨੇ ਉਹ ਨੌਕਰਸ਼ਾਹੀ ਦੇ ਆ ਜਾਂਦੇ ਨੇ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ, ਨੌਕਰਸ਼ਾਹੀ ਦਾ ਸ਼ਬਦੀ ਅਰਥ ਦੱਸੋ। ਤਾਂ ਨੌਕਰਸ਼ਾਹੀ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਨੇ? ਬਿਊਰੋਕਰੇਸੀ। ਅੰਗਰੇਜ਼ੀ ਦੇ ਵਿੱਚ ਬਿਊਰੋਕਰੇਸੀ, ਜੋ ਅੱਗੇ ਫਰੈਂਚ ਭਾਸ਼ਾ ਤੋਂ ਲਿਆ ਗਿਆ। ਫਰੈਂਚ ਭਾਸ਼ਾ ਦੇ ਵਿੱਚ ਸ਼ਬਦ ਹੈਗਾ ਬਿਊਰੋ ਅਤੇ ਯੂਨਾਨੀ ਭਾਸ਼ਾ ਦੇ ਵਿੱਚ ਕ੍ਰੇਸੀ, ਅਤੇ ਜਿਸ ਦਾ ਮਤਲਬ ਕੀ ਬਣ ਜਾਂਦਾ? ਡੈਸਕ 'ਤੇ ਬੈਠ ਕੇ ਜਾਂ ਕੁਰਸੀ 'ਤੇ ਬੈਠ ਕੇ ਕੰਮ ਕਰਨ ਵਾਲਾ ਅਧਿਕਾਰੀ ਵਰਗ। ਕੁਰਸੀ 'ਤੇ ਬੈਠ ਕੇ ਜੋ ਕੰਮ ਕਰਦਾ ਅਧਿਕਾਰੀ ਵਰਗ, ਉਸਨੂੰ ਅਸੀਂ ਨੌਕਰਸ਼ਾਹ ਜਾਂ ਬਿਊਰੋਕਰੇਟ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ, ਲੋਕ ਸੇਵਾ ਦਾ ਕੀ ਅਰਥ ਹੈ? ਇਹ ਆਪਾਂ ਪਹਿਲਾ ਪ੍ਰਸ਼ਨ ਕੀਤਾ ਸੀ, ਲੋਕ ਸੇਵਾ ਦਾ ਮਹੱਤਵ ਕੀ ਹੈ, ਹੁਣ ਇਹਦਾ ਅਰਥ ਆ ਗਿਆ। ਤਾਂ ਉਹੀ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਨੌਕਰਸ਼ਾਹੀ ਦਾ ਦੂਜਾ ਨਾਮ ਹੀ ਲੋਕ ਸੇਵਾ ਹੈ। ਨੌਕਰਸ਼ਾਹੀ ਨੂੰ ਹੀ ਅਸੀਂ ਲੋਕ ਸੇਵਾ ਕਹਿ ਦਿੰਦੇ ਹਾਂ। ਇਹ ਨਿਰਪੱਖ ਹੋ ਕੇ ਦੇਸ਼ ਦਾ ਪ੍ਰਸ਼ਾਸਨ ਚਲਾਉਂਦੇ ਹਨ, ਸਥਾਈ ਤੌਰ 'ਤੇ ਚੁਣੇ ਜਾਂਦੇ ਹਨ, ਨਿਸ਼ਚਿਤ ਕਾਰਜਕਾਲ ਤੱਕ ਆਪਣੇ ਅਹੁਦੇ 'ਤੇ ਬਿਰਾਜਮਾਨ ਰਹਿੰਦੇ ਹਨ।
ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ, ਪ੍ਰਤੱਖ ਜਾਂ ਬਾਹਰੀ ਭਰਤੀ ਦੇ 2 ਗੁਣ ਦੱਸੋ। ਤਾਂ ਨੰਬਰ 1 ਦੇ ਉੱਤੇ ਕੀ ਹੈ, ਇਸ ਵਿੱਚ ਨਿਯੁਕਤੀ ਪੱਖਪਾਤ ਰਹਿਤ ਅਤੇ ਯੋਗਤਾ ਦੇ ਅਨੁਸਾਰ ਕੀਤੀ ਜਾਂਦੀ ਹੈ। ਤੇ ਨੰਬਰ 2 ਤੇ ਹੈ, ਇਸ ਵਿੱਚ ਚੋਣ ਦਾ ਖੇਤਰ ਵਿਆਪਕ ਹੋਣ ਕਰਕੇ ਯੋਗ ਵਿਅਕਤੀਆਂ ਨੂੰ ਛਾਂਟ ਕੇ ਲੋਕ ਸੇਵਾ ਦੇ ਵਿੱਚ ਲਗਾਇਆ ਜਾਂਦਾ ਹੈ। ਸਾਡੇ ਜਿਹੜੇ ਨੌਕਰਸ਼ਾਹ ਨੇ ਉਹ ਪ੍ਰਤੱਖ ਭਰਤੀ ਦੇ ਰਾਹੀਂ ਚੁਣੇ ਜਾਂਦੇ ਨੇਗੇ। ਅਤੇ ਇਹ ਜਿਹੜੀ ਨਿਯੁਕਤੀ ਹੈ ਇਹ ਪੱਖਪਾਤ ਰਹਿਤ ਯੋਗਤਾ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਅਤੇ ਕਿਉਂਕਿ ਚੋਣ ਦਾ ਖੇਤਰ ਕਾਫੀ ਵਿਆਪਕ ਹੁੰਦਾ ਹੈ ਤਾਂ ਇਸ ਕਰਕੇ ਯੋਗ ਵਿਅਕਤੀ ਹੀ ਇਹਦੇ ਵਿੱਚ ਚੁਣੇ ਜਾਂਦੇ ਨੇ ਅਤੇ ਉਹਨਾਂ ਨੂੰ ਲੋਕ ਸੇਵਾ ਦੇ ਵਿੱਚ ਲਗਾਇਆ ਜਾਂਦਾ ਹੈ। ਉਸ ਤੋਂ ਬਾਅਦ ਹੈ ਜੀ ਸਾਡਾ ਅਗਲਾ ਪ੍ਰਸ਼ਨ, ਕਾਰਜਪਾਲਿਕਾ ਦੇ 2 ਕੰਮ ਦੱਸੋ। ਹੁਣ ਕਾਰਜਪਾਲਿਕਾ ਦੇ ਕੀ ਕੰਮ ਨੇ। ਨੰਬਰ 1 ਦੇ ਉੱਤੇ ਇਹ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਰਾਜਨੀਤਿਕ ਆਧਾਰ 'ਤੇ ਗਠਿਤ ਕੀਤੀ ਜਾਂਦੀ ਹੈ। ਸਿੱਧੇ ਤਰੀਕੇ ਨਾਲ ਜਾਂ ਅਸਿੱਧੇ ਤਰੀਕੇ ਦੇ ਨਾਲ ਜਿਹੜਾ ਹੈਗਾ ਰਾਜਨੀਤਿਕ ਤੌਰ 'ਤੇ ਕਾਰਜਪਾਲਿਕਾ ਬਣਾਈ ਜਾਂਦੀ ਹੈ ਅਤੇ ਇਹਨਾਂ ਦਾ ਕਾਰਜਕਾਲ ਜ਼ਿਆਦਾ ਲੰਬਾ ਨਹੀਂ ਹੁੰਦਾ। ਆਮ ਤੌਰ 'ਤੇ ਇਹਨਾਂ ਦਾ ਕਾਰਜਕਾਲ 5 ਸਾਲ ਦਾ ਹੀ ਹੁੰਦਾ ਹੈ। ਇਹ ਸੀ ਸਾਡਾ ਕੁਐਸਚਨ। ਉਸ ਤੋਂ ਬਾਅਦ ਹੈ ਅਗਲਾ ਕੁਐਸਚਨ, ਚੰਗੀ ਨੌਕਰਸ਼ਾਹੀ ਦੇ 2 ਗੁਣ ਦੱਸੋ। ਤਾਂ ਵਾਰ-ਵਾਰ ਉਹੀ ਚੀਜ਼ਾਂ ਆ ਰਹੀਆਂ ਨੇ। ਨੌਕਰਸ਼ਾਹ ਦੇ ਵਿੱਚ ਕੀ ਗੁਣ ਹੋਣਾ ਚਾਹੀਦਾ ਹੈ। ਕਹਿੰਦੇ ਉਹ ਤਾਂ ਯੋਗ ਹੋਣਾ ਚਾਹੀਦਾ, ਨਿਪੁੰਨ ਹੋਣਾ ਚਾਹੀਦਾ ਆਪਣੇ ਕੰਮ ਦੇ ਵਿੱਚ, ਤਾਂ ਕਿ ਉਹ ਪ੍ਰਸ਼ਾਸਨ ਨੂੰ ਠੀਕ ਢੰਗ ਦੇ ਨਾਲ ਚਲਾ ਸਕੇ ਅਤੇ ਇਸ ਦੇ ਮੈਂਬਰ ਆਪਣੇ ਕੰਮ ਦੇ ਵਿੱਚ ਕੁਸ਼ਲ ਹੋਣੇ ਚਾਹੀਦੇ ਨੇ। ਆਪਣੇ ਕੰਮਾਂ ਦੀ ਉਹਨਾਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਹੈ ਜੀ ਸਾਡਾ ਅਗਲਾ ਪ੍ਰਸ਼ਨ, ਨੌਕਰਸ਼ਾਹੀ ਦੇ 2 ਕੰਮ ਦੱਸੋ। ਨੌਕਰਸ਼ਾਹੀ ਨੇ ਕੀ ਕੰਮ ਕਰਨੇ ਹੁੰਦੇ ਨੇ, ਇਹ ਆਪਾਂ ਪਹਿਲਾਂ ਵੀ ਕੁਐਸਚਨ ਡਿਸਕਸ ਕਰ ਚੁੱਕੇ ਹਾਂ। ਨੰਬਰ 1 ਦੇ ਉੱਤੇ ਇਹਨਾਂ ਨੇ ਨੀਤੀ ਨਿਰਮਾਣ ਦੇ ਵਿੱਚ ਸਹਾਇਤਾ ਕਰਨੀ ਹੁੰਦੀ ਹੈ। ਨੌਕਰਸ਼ਾਹੀ ਮੰਤਰੀ ਮੰਡਲ ਦੁਆਰਾ ਜੋ ਵੀ ਨੀਤੀਆਂ ਬਣਾਈਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਸਹਾਇਤਾ ਕਰਦੀ ਹੈ। ਅਤੇ ਉਸ ਤੋਂ ਬਾਅਦ ਦੂਸਰਾ ਕੰਮ ਕੀ ਹੈ, ਉਹਨਾਂ ਨੀਤੀਆਂ ਨੂੰ ਲਾਗੂ ਕਰਨਾ। ਮੰਤਰੀ ਮੰਡਲ ਦੇ ਦੁਆਰਾ, ਸਰਕਾਰ ਦੇ ਦੁਆਰਾ ਜੋ ਵੀ ਨੀਤੀਆਂ ਨਿਰਮਾਣ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਕੁਸ਼ਲਤਾਪੂਰਵਕ ਇਮਾਨਦਾਰੀ ਦੇ ਨਾਲ ਲਾਗੂ ਕਰਨਾ ਵੀ ਨੌਕਰਸ਼ਾਹੀ ਦਾ ਹੀ ਕੰਮ ਹੁੰਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਕਲਾਸ ਜੋ ਹੈ ਵਧੀਆ ਲੱਗ ਰਹੀ ਹੈ। ਤੁਹਾਨੂੰ ਕੋਈ ਵੀ ਜੋ ਹੈ ਇਹਦੇ ਵਿੱਚ ਡਾਊਟ ਨਹੀਂ ਹੈਗਾ ਕੁਐਸਚਨ ਦੇ ਵਿੱਚ। ਤਾਂ ਆਓ ਅਗਲੇ ਕੁਐਸਚਨ ਕਰਦੇ ਹੈਗੇ। ਅੱਗੇ ਹੈ, ਲੋਕ ਮੱਤ ਤੋਂ ਤੁਹਾਡਾ ਕੀ ਭਾਵ ਹੈ। ਤਾਂ ਲੋਕ ਮੱਤ ਲੋਕਾਂ ਦੀ ਰਾਏ। ਕਿਸ ਮਸਲੇ ਦੇ ਉੱਤੇ ਲੋਕਾਂ ਦੀ ਰਾਏ। ਜਨਤਕ ਮਸਲਿਆਂ ਦੇ ਉੱਤੇ। ਜਨਤਕ ਮਾਮਲਿਆਂ ਦੇ ਉੱਤੇ ਲੋਕਾਂ ਦੀ ਰਾਏ ਜਦੋਂ ਉਹ ਬਹੁਮਤ ਦੇ ਵਿੱਚ ਹੋਵੇ ਅਤੇ ਸਮਾਜ ਦੀ ਭਲਾਈ ਲਈ ਹੋਵੇ ਤਾਂ ਉਸ ਨੂੰ ਲੋਕ ਮੱਤ ਕਿਹਾ ਜਾ ਸਕਦਾ ਹੈ। ਤਾਂ ਲੋਕ ਮੱਤ ਕੀ ਹੁੰਦਾ ਹੈਗਾ, ਜਨਤਕ ਮਸਲੇ ਜਿਹੜੇ ਹੁੰਦੇ ਨੇ ਜਿੱਥੇ ਲੋਕਾਂ ਦੀ ਬਹੁਮਤ ਹੁੰਦੀ ਹੈ, ਲੋਕਾਂ ਦੀ ਜਿਹੜੀ ਰਾਏ ਹੈ ਉਹ ਬਹੁਮਤ ਦੇ ਵਿੱਚ ਹੁੰਦੀ ਹੈ ਅਤੇ ਉਹ ਕਲਿਆਣਕਾਰੀ ਹੁੰਦੀ ਹੈ, ਸਮਾਜ ਦੀ ਭਲਾਈ ਦੇ ਲਈ ਹੁੰਦੀ ਹੈ, ਉਸ ਨੂੰ ਅਸੀਂ ਲੋਕ ਮੱਤ ਕਹਿ ਦਿੰਦੇ ਹਾਂ। ਤਾਂ ਲੋਕ ਮੱਤ ਦੇ ਵਿੱਚ ਲੋਕ ਮੱਤ ਜੋ ਹੈ ਉਹ ਘੱਟ ਗਿਣਤੀਆਂ ਵੱਲੋਂ ਸਵੀਕਾਰ ਹੋਣਾ ਚਾਹੀਦਾ, ਉਹ ਸਹਿਮਤੀ ਦੇ ਨਾਲ ਸਵੀਕਾਰਕ ਹੋਣਾ ਚਾਹੀਦਾ, ਨਾ ਕਿ ਉਹਨਾਂ ਨੂੰ ਕਿਸੇ ਡਰ ਦੇ ਮਤਲਬ ਬਿਨਾਂ ਕਿਸੇ ਡਰ ਤੋਂ ਜਿਹੜਾ ਹੈਗਾ ਉਹਨਾਂ ਦੀ ਸਹਿਮਤੀ ਦੇ ਨਾਲ ਲੋਕ ਮੱਤ ਹਰ ਇੱਕ ਨੂੰ ਸਵੀਕਾਰ ਹੋਣਾ ਚਾਹੀਦਾ, ਸਮਾਜ ਦੀ ਭਲਾਈ ਦੇ ਲਈ ਹੋਣਾ ਚਾਹੀਦਾ ਹੈ। ਲੋਕ ਮੱਤ ਦੀਆਂ ਕੀ ਪਰਿਭਾਸ਼ਾਵਾਂ ਨੇ ਦੇਖੋ। ਤਾਂ ਨੰਬਰ 1 ਦੇ ਉੱਤੇ ਡਾਕਟਰ ਬੇਨੀ ਪ੍ਰਸਾਦ ਕਹਿੰਦੇ ਨੇ, ਲੋਕ ਮੱਤ ਸਹੀ ਅਰਥਾਂ ਦੇ ਵਿੱਚ ਉਸ ਸਮੇਂ ਹੀ ਲੋਕ ਮੱਤ ਬਣਦਾ ਹੈ ਜਦੋਂ ਉਹ ਸਮੁੱਚੇ ਸਮਾਜ ਦੇ ਕਲਿਆਣ ਦੀ ਭਾਵਨਾ ਨਾਲ ਪ੍ਰੇਰਿਤ ਹੋਇਆ ਹੋਵੇ। ਉਹੀ ਗੱਲ ਡਾਕਟਰ ਬੇਨੀ ਪ੍ਰਸਾਦ ਕਹਿ ਰਹੇ ਨੇਗੇ। ਲੋਕ ਮੱਤ ਕੀ ਹੁੰਦਾ ਹੈਗਾ, ਕਹਿੰਦੇ ਉਦੋਂ ਲੋਕ ਮੱਤ ਬਣਦਾ ਹੈਗਾ ਜਦੋਂ ਉਹ ਸਮਾਜ ਦੇ ਕਲਿਆਣ ਦੀ ਭਾਵਨਾ ਦੇ ਨਾਲ ਬਣਦਾ ਹੈਗਾ। ਜੇਕਰ ਕਿਸੇ ਵੀ ਵਰਗ ਦਾ, ਚਾਹੇ ਉਹ ਘੱਟ ਗਿਣਤੀ ਹੈ ਜਾਂ ਕੋਈ ਹੋਰ ਖਾਸ ਵਰਗ ਹੈ, ਉਹਨਾਂ ਦਾ ਨੁਕਸਾਨ ਹੁੰਦਾ ਤਾਂ ਉਸ ਨੂੰ ਅਸੀਂ ਲੋਕ ਮੱਤ ਨਹੀਂ ਕਹਿ ਸਕਦੇ। ਲੋਕ ਮੱਤ ਕੀ ਹੁੰਦਾ ਹੈਗਾ, ਜਿਹੜਾ ਸਮਾਜ ਦੇ ਕਲਿਆਣ ਦੇ ਲਈ ਹੋਵੇ, ਸਮੁੱਚੇ ਸਮਾਜ ਦੇ ਕਲਿਆਣ ਦੇ ਲਈ ਹੋਵੇ। ਅਤੇ ਵਿਲੋਬੀ ਕੀ ਕਹਿ ਰਹੇ ਨੇਗੇ, ਵਿਲੋਬੀ ਕਹਿ ਰਹੇ ਨੇ, ਕਿਸੇ ਵੀ ਮਨੁੱਖੀ ਸਮਾਜ ਵਿੱਚ ਲੋਕ ਮੱਤ ਉਹ ਹੁੰਦਾ ਹੈ ਜੋ ਸਾਂਝੇ ਹਿੱਤ ਦੇ ਮਾਮਲਿਆਂ ਸੰਬੰਧੀ ਵਿਚਾਰ ਕਰਦੇ ਹਨ ਅਤੇ ਆਪਣੀ ਰਾਏ ਬਣਾਉਂਦੇ ਹਨ। ਮਨੁੱਖੀ ਸਮਾਜ ਦੇ ਵਿੱਚ ਕੋਈ ਜਨਤਕ ਮਸਲਾ ਹੈ, ਸਾਂਝੇ ਹਿੱਤ ਨੇ,
ਉਹਨਾਂ ਦੇ ਸੰਬੰਧੀ ਕੀ ਵਿਚਾਰ ਨੇ, ਆਪਣੀ ਰਾਏ ਬਣਾਉਂਦੇ ਨੇਗੇ, ਇਸ ਨੂੰ ਹੀ ਅਸੀਂ ਲੋਕ ਮਤ ਕਹਿ ਦਿੰਦੇ ਹਾਂ। ਅਤੇ ਲੋਕ ਮਤ ਜਿਹੜਾ ਹੈਗਾ ਉਹ ਸਮਾਜ ਦੀ ਭਲਾਈ ਦੇ ਲਈ ਹੋਣਾ ਚਾਹੀਦਾ ਹੈ, ਕਲਿਆਣਕਾਰੀ ਹੋਣਾ ਚਾਹੀਦਾ ਹੈ। ਕਿਸੇ ਵੀ ਵਰਗ ਦੇ ਨਾਲ ਜੇਕਰ ਭੇਦਭਾਵ ਹੁੰਦਾ ਹੈ ਤਾਂ ਉਸ ਨੂੰ ਅਸੀਂ ਲੋਕ ਮਤ ਨਹੀਂ ਕਹਿ ਸਕਦੇ। ਉਸ ਤੋਂ ਬਾਅਦ ਹੈ ਅਗਲਾ ਪ੍ਰਸ਼ਨ, ਲੋਕ ਮਤ ਦੀਆਂ ਵਿਸ਼ੇਸ਼ਤਾਵਾਂ ਲਿਖੋ। ਤਾਂ ਲੋਕ ਮਤ ਦੀ ਕੀ ਵਿਸ਼ੇਸ਼ਤਾ ਹੈ? ਲੋਕ ਮਤ ਤਰਕਪੂਰਨ ਹੁੰਦਾ ਹੈ। ਹੁਣ ਦੇਖੋ, ਕੋਈ ਵੀ ਮਤ ਉਸ ਸਮੇਂ ਜਦੋਂ ਲੋਕ ਮਤ ਬਣਦਾ ਹੈ ਜਦੋਂ ਉਹ ਉਸ ਸੰਬੰਧੀ ਆਮ ਸਹਿਮਤੀ ਹੋਵੇ, ਸਮਾਜ ਦੇ ਲੋਕਾਂ ਦੁਆਰਾ ਉਸ ਨੂੰ ਸਹਿਮਤੀ ਮਿਲੀ ਹੋਵੇ। ਅਤੇ ਸਮਾਜ ਦੇ ਲੋਕਾਂ ਦੁਆਰਾ ਸਹਿਮਤੀ ਉਦੋਂ ਹੀ ਮਿਲਦੀ ਹੈ ਜਦੋਂ ਉਹ ਸਹੀ ਹੁੰਦਾ, ਤਰਕਪੂਰਨ ਹੁੰਦਾ ਹੈ। ਤਾਂ ਲੋਕ ਮਤ ਦੀ ਇਹ ਵਿਸ਼ੇਸ਼ਤਾ ਹੈ ਕਿ ਲੋਕ ਮਤ ਤਰਕਪੂਰਨ ਹੁੰਦਾ ਹੈ ਅਤੇ ਸਕਾਰਾਤਮਕ ਰੂਪ ਦਾ ਹੋਣਾ ਚਾਹੀਦਾ ਹੈ, ਕਿਉਂਕਿ ਲੋਕ ਮਤ ਦਾ ਉਦੇਸ਼ ਕੀ ਹੈ? ਸਮੁੱਚੇ ਲੋਕਾਂ ਦੀ ਭਲਾਈ ਕਰਨਾ ਹੁੰਦਾ ਹੈ, ਕਿਸੇ ਵੀ ਵਿਸ਼ੇਸ਼ ਵਰਗ ਨੂੰ ਹਾਨੀ ਪਹੁੰਚਾਉਣ ਵਾਲਾ ਨਹੀਂ ਹੁੰਦਾ। ਤਾਂ ਲੋਕ ਮਤ ਜੋ ਹੈ ਉਹ ਸਕਾਰਾਤਮਕ ਹੋ ਜਾਂਦਾ ਹੈ। ਇਹ ਲੋਕ ਮਤ ਦੀਆਂ ਦੋ ਵਿਸ਼ੇਸ਼ਤਾਵਾਂ ਨੇ। ਨੰਬਰ 1 ਦੇ ਉੱਤੇ ਕੀ ਹੈ? ਲੋਕ ਮਤ ਤਰਕਪੂਰਨ ਹੁੰਦਾ ਹੈ। ਅਤੇ ਨੰਬਰ 2 ਦੇ ਉੱਤੇ ਲੋਕ ਮਤ ਦਾ ਸਰੂਪ ਸਕਾਰਾਤਮਕ ਹੋਣਾ ਚਾਹੀਦਾ ਹੈ। ਹਾਂਜੀ, ਇਹ ਸੀ ਸਾਡਾ ਕੁਐਸਚਨ। ਉਸ ਤੋਂ ਬਾਅਦ ਹੈ ਸਾਡਾ ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਹੈ, ਲੋਕ ਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਦੇ ਸਾਧਨ ਦੱਸੋ। ਲੋਕ ਮਤ ਦਾ ਨਿਰਮਾਣ ਕਿਵੇਂ ਹੁੰਦਾ ਹੈ, ਉਹ ਪ੍ਰਗਟ ਕਿਵੇਂ ਹੁੰਦਾ ਹੈ, ਸਾਹਮਣੇ ਕਿਵੇਂ ਆਉਂਦਾ ਹੈਗਾ। ਤਾਂ ਨੰਬਰ 1 ਦੇ ਉੱਤੇ ਸਮਾਚਾਰ ਪੱਤਰ ਹੋ ਗਏ, ਰਸਾਲੇ ਹੋ ਗਏ, ਲੋਕ ਮਤ ਦੇ ਨਿਰਮਾਣ ਦੇ ਵਿੱਚ ਭੂਮਿਕਾ ਨਿਭਾਉਂਦੇ ਹਨ। ਕਿਉਂਕਿ ਕੋਈ ਵੀ ਜਨਤਕ ਮਸਲਾ ਹੁੰਦਾ ਹੈਗਾ, ਉਹ ਉਸ ਦੀ ਜਾਣਕਾਰੀ ਸਾਨੂੰ ਜੋ ਹੈ ਸਮਾਚਾਰ ਪੱਤਰਾਂ ਦੇ ਵਿੱਚ, ਰਸਾਲਿਆਂ ਦੇ ਵਿੱਚ, ਨਿਊਜ਼ ਦੇ ਵਿੱਚ ਸਾਨੂੰ ਆਮ ਦੇਖਣ ਨੂੰ ਮਿਲ ਜਾਂਦੀ, ਸੁਣਨ ਨੂੰ ਮਿਲ ਜਾਂਦੀ ਹੈ। ਤਾਂ ਅਲੱਗ-ਅਲੱਗ ਵਿਚਾਰ ਵੀ ਸਾਨੂੰ ਉਸੇ ਤੋਂ ਲੋਕਾਂ ਦੇ ਜੋ ਹੈ ਸੁਣਨ ਨੂੰ ਮਿਲਦੇ ਨੇ, ਦੇਖਣ ਨੂੰ ਮਿਲਦੇ ਨੇ। ਤਾਂ ਸਮਾਚਾਰ ਪੱਤਰ, ਰਸਾਲਿਆਂ ਦੇ ਰਾਹੀਂ ਜੋ ਹੈ ਲੋਕ ਮਤ ਦਾ ਨਿਰਮਾਣ ਹੁੰਦਾ। ਇਸ ਤੋਂ ਇਲਾਵਾ ਰਾਜਨੀਤਿਕ ਦਲ ਹੋ ਗਏ। ਰਾਜਨੀਤਿਕ ਦਲ, ਹੁਣ ਇਹਨਾਂ ਦਾ ਉਦੇਸ਼ ਕੀ ਹੁੰਦਾ ਹੈਗਾ ਕਿ ਲੋਕਾਂ ਨੂੰ ਆਪਣੇ ਪੱਖ ਦੇ ਵਿੱਚ ਕਰਕੇ ਸੱਤਾ ਹਾਸਲ ਕੀਤੀ ਜਾਵੇ। ਅਤੇ ਲੋਕਾਂ ਨੂੰ ਆਪਣੇ ਪੱਖ 'ਚ ਕਰਨਾ ਮਤਲਬ ਲੋਕ ਮਤ ਨੂੰ ਆਪਣੇ ਪੱਖ ਦੇ ਵਿੱਚ ਕਰਨਾ। ਅਤੇ ਫਿਰ ਉਹ ਕਰਦੇ ਕੀ ਨੇ? ਜਨਤਕ ਸਭਾਵਾਂ ਦੇ ਰਾਹੀਂ, ਪ੍ਰੈਸ ਦੇ ਰਾਹੀਂ, ਮੀਡੀਆ ਦੇ ਰਾਹੀਂ ਨਿੱਜੀ ਰੂਪ ਦੇ ਵਿੱਚ ਲੋਕਾਂ ਤੱਕ ਪਹੁੰਚ ਕਰਕੇ ਜਿਹੜਾ ਹੈਗਾ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਦੇ ਨੇ, ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ, ਜਿਹਦੇ ਨਾਲ ਰਾਜਨੀਤਿਕ ਦਲਾਂ ਦੁਆਰਾ ਲੋਕ ਮਤ ਦਾ ਨਿਰਮਾਣ ਕਰਨ ਦੇ ਵਿੱਚ ਸਹਾਇਕ ਸਿੱਧ ਹੁੰਦੇ ਨੇ। ਉਸ ਤੋਂ ਬਾਅਦ ਹੈ ਜੀ ਅਗਲਾ ਪ੍ਰਸ਼ਨ ਸਾਡਾ, ਸਵਸਥ ਲੋਕ ਮਤ ਦੇ ਨਿਰਮਾਣ ਦੇ ਲਈ 2 ਜ਼ਰੂਰੀ ਸ਼ਰਤਾਂ ਕਿਹੜੀਆਂ ਨੇ। ਹੁਣ ਸਵਸਥ ਲੋਕ ਮਤ, ਚੰਗਾ ਲੋਕ ਮਤ ਜਿਹੜਾ ਹੈਗਾ ਉਸ ਦਾ ਨਿਰਮਾਣ ਹੋ ਸਕਦਾ ਕੀ ਸ਼ਰਤਾਂ ਨੇ? ਨੰਬਰ 1 ਦੇ ਉੱਤੇ ਨਾਗਰਿਕ ਸੁਚੇਤ ਹੋਣੇ ਚਾਹੀਦੇ ਨੇ। ਹੁਣ ਲੋਕਤੰਤਰ ਦੀ ਸਫਲਤਾ ਦੇ ਲਈ ਅਜਿਹੇ ਨਾਗਰਿਕਾਂ ਦੀ ਲੋੜ ਹੈ ਜਿਨ੍ਹਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਵੇ, ਆਪਣੇ ਕਰਤੱਵਾਂ ਦੇ ਲਈ ਉਹ ਜਾਗਰੂਕ ਹੋਣ ਅਤੇ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਸਹਿਯੋਗ ਦੇਣ। ਅਤੇ ਜੇਕਰ ਇਸ ਤਰ੍ਹਾਂ ਸੁਚੇਤ, ਐਕਟਿਵ ਨਾਗਰਿਕ ਹੋਣਗੇ ਤਾਂ ਲੋਕ ਮਤ ਦਾ ਨਿਰਮਾਣ ਵਧੀਆ ਤਰੀਕੇ ਨਾਲ ਹੋ ਸਕਦਾ ਹੈ। ਉਸ ਤੋਂ ਬਾਅਦ ਨੰਬਰ 2 ਦੇ ਉੱਤੇ ਸੁਤੰਤਰ ਅਤੇ ਨਿਰਪੱਖ ਪ੍ਰੈਸ। ਸਾਡਾ ਮੀਡੀਆ, ਕਿਉਂਕਿ ਇਸ ਨੂੰ ਅਸੀਂ ਲੋਕਤੰਤਰ ਦਾ ਪਹਿਰੇਦਾਰ ਕਹਿ ਦਿੰਦੇ ਹਾਂ, ਜਾਂ ਸਾਡਾ ਚੌਥਾ ਪਿੱਲਰ ਕਹਿ ਦਿੰਦੇ ਹਾਂ ਲੋਕਤੰਤਰ ਦਾ। ਅਤੇ ਉਦੋਂ ਤੱਕ ਹੀ ਸਾਡਾ ਜਿਹੜਾ ਲੋਕਤੰਤਰ ਹੈ ਉਹ ਕਾਮਯਾਬ ਹੋ ਸਕਦਾ ਜੇਕਰ ਮੀਡੀਆ ਸਾਡਾ ਇਮਾਨਦਾਰ ਹੋਵੇਗਾ, ਨਿਰਪੱਖ ਹੋਵੇਗਾ, ਨਿਡਰ ਹੋਵੇਗਾ ਅਤੇ ਸੁਤੰਤਰ ਹੋਵੇਗਾ। ਉਸ ਤੋਂ ਬਾਅਦ ਹੈ ਜੀ ਸਾਡਾ ਅਗਲਾ ਪ੍ਰਸ਼ਨ, ਦ੍ਰਿੜ ਲੋਕ ਮਤ ਦੇ ਨਿਰਮਾਣ ਦੇ ਵਿੱਚ ਜੋ ਰੁਕਾਵਟਾਂ ਆਉਂਦੀਆਂ ਨੇ ਉਹ ਕੀ ਨੇ? ਨੰਬਰ 1 ਦੇ ਉੱਤੇ ਹੈ ਅਨਪੜ੍ਹਤਾ। ਹੁਣ ਕਿਉਂਕਿ ਨਾਗਰਿਕ ਜ਼ਿਆਦਾਤਰ ਜੇਕਰ ਅਨਪੜ੍ਹ ਹੋਏਗਾ ਤਾਂ ਉਸਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ, ਕਰਤੱਵਾਂ ਦੇ ਪ੍ਰਤੀ ਜਾਣਕਾਰੀ ਨਹੀਂ ਹੋਏਗੀ। ਉਹਨੂੰ ਜਿਵੇਂ ਕੋਈ ਦੂਸਰਾ ਬੰਦਾ ਸਲਾਹ ਦੇਵੇਗਾ ਉਵੇਂ ਉਹ ਉਹਨੂੰ ਮੰਨ ਲਵੇਗਾ, ਮਤਲਬ ਉਹ ਦੂਸਰਿਆਂ ਦੀ ਸਲਾਹ ਦੇ ਉੱਤੇ ਨਿਰਭਰ ਰਹਿ ਜਾਂਦਾ। ਸੁਤੰਤਰ ਰੂਪ ਦੇ ਵਿੱਚ ਉਹ ਕਿਸੇ ਸਮੱਸਿਆ ਨੂੰ ਸਮਝ ਨਹੀਂ ਸਕਦਾ, ਜੋ ਕਿ ਇੱਕ ਸਵਸਥ ਲੋਕ ਮਤ ਦੇ ਰਾਹ ਦੇ ਵਿੱਚ ਰੁਕਾਵਟ ਬਣਦੀ ਹੈ। ਉਸ ਤੋਂ ਬਾਅਦ ਹੈ ਦੂਸਰਾ ਨੰਬਰ ਕੀ ਹੈ? ਸਿਧਾਂਤਹੀਨ ਰਾਜਨੀਤਿਕ ਦਲ। ਹੁਣ ਰਾਜਨੀਤਿਕ ਦਲਾਂ ਦਾ ਉਦੇਸ਼ ਕੀ ਹੁੰਦਾ ਹੈਗਾ ਵੀ ਕਿਸੇ ਵੀ ਤਰੀਕੇ ਨਾਲ ਸੱਤਾ ਹਾਸਲ ਕੀਤੀ ਜਾਵੇ। ਉਹ ਸੱਤਾ ਹਾਸਲ ਕਰਨ ਦੇ ਲਈ ਅਲੱਗ-ਅਲੱਗ ਤਰੀਕੇ ਅਪਣਾਉਂਦੇ ਨੇ। ਲੋਕਾਂ ਨੂੰ ਜਾਤ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ, ਭਾਸ਼ਾ, ਨਸਲ ਦੇ ਆਧਾਰ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈਗਾ। ਅਤੇ ਜੇਕਰ ਲੋਕ ਵੀ ਉਹਨਾਂ ਦੇ ਬਹਿਕਾਵੇ ਦੇ ਵਿੱਚ ਆ ਜਾਂਦੇ ਨੇ ਤਾਂ ਉਹ ਸਵਸਥ ਲੋਕ ਮਤ ਦੇ ਲਈ
ਖਤਰਾ ਹੋ ਜਾਂਦੇ ਹਨ। ਤਾਂ 2 ਪੁਆਇੰਟ ਨੇ, ਦ੍ਰਿੜ ਲੋਕਮਤ ਦੇ ਨਿਰਮਾਣ ਦੇ ਰਸਤੇ ਵਿੱਚ ਰੁਕਾਵਟਾਂ। ਇੱਕ ਤਾਂ ਕਹਿੰਦੇ ਅਨਪੜ੍ਹਤਾ, ਜੇਕਰ ਕੋਈ ਵਿਅਕਤੀ ਅਨਪੜ੍ਹ ਹੈ ਉਹ ਸਮੱਸਿਆਵਾਂ ਨੂੰ ਸਹੀ ਤਰੀਕੇ ਨਾਲ ਨਹੀਂ ਸਮਝ ਪਾਏਗਾ, ਜਿਹਦੇ ਨਾਲ ਸਵਸਥ ਲੋਕਮਤ ਦਾ ਨਿਰਮਾਣ ਨਹੀਂ ਹੋ ਸਕਦਾ। ਅਤੇ ਰਾਜਨੀਤਿਕ ਦਲ ਵੀ ਸਿਧਾਂਤਹੀਨ ਹੋ ਚੁੱਕੇ ਨੇ, ਉਹਨਾਂ ਦਾ ਉਦੇਸ਼ ਸਿਰਫ ਸੱਤਾ ਹਾਸਲ ਕਰਨਾ ਹੀ ਹੈ, ਜਿਹਦੇ ਕਰਕੇ ਸਵਸਥ ਲੋਕਮਤ ਦਾ ਨਿਰਮਾਣ ਹੋਣ ਦੇ ਵਿੱਚ ਰੁਕਾਵਟ ਪੇਸ਼ ਆਉਂਦੀ ਹੈ। ਇਹ ਸੀ ਜੀ ਸਾਡੇ ਅੱਜ ਦੇ ਪ੍ਰਸ਼ਨ, ਅਤੇ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਨੂੰ ਪਸੰਦ ਕੀਤਾ ਹੋਵੇਗਾ। ਅਤੇ ਇਸ ਤੋਂ ਬਾਅਦ ਦੁਬਾਰਾ ਫਿਰ ਅੱਜ ਦੇ ਲਈ ਸਾਡਾ ਜੋ ਹੈ ਮਤਲਬ ਇੰਨਾ ਬਹੁਤ ਹੈ, ਅਤੇ ਦੁਬਾਰਾ ਅੱਗੇ ਫਿਰ ਤੁਹਾਡੇ ਕੋਲ ਨਵੇਂ ਕੁਐਸਚਨ ਲੈ ਕੇ ਪੇਸ਼ ਹੋਵਾਂਗੇ। ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਪਸੰਦ ਕੀਤਾ। ਧੰਨਵਾਦ ਜੀ।